ਪਾਸਟਰ ਸਤਨਾਮ ਅਸੀਂ ਪ੍ਰਭੂ ਦੇ ਪਾਕ ਵਚਨ ਦੇ ਵਿੱਚ ਦੇਖਾਂਗੇ। ਜ਼ਬੂਰ ਨੰਬਰ 34 ਉਹਦੀ 7 ਆਇਤ ਦੇ ਵਿੱਚ ਲਿਖਿਆ ਹੈ ਕਿ ਯਹੋਵਾ ਦਾ ਦੂਤ ਉਸ ਤੋਂ ਸਾਰੇ ਡਰਨ ਵਾਲਿਆਂ ਦੇ ਦੁਆਲੇ ਡੇਰਾ ਲਾਉਂਦਾ ਹੈ ਅਤੇ ਉਹਨਾਂ ਨੂੰ ਛੁਟਕਾਰਾ ਦਿੰਦਾ ਹੈ। ਅਸੀਂ ਪ੍ਰਭੂ ਦੇ ਪਾਕ ਵਚਨ ਦੇ ਵਿੱਚੋਂ ਪੜ੍ਹਿਆ ਹੈ ਜ਼ਬੂਰ ਨੰਬਰ 34 ਉਹਦੀ 7 ਆਇਤ ਕਿ ਯਹੋਵਾ ਦਾ ਦੂਤ ਉਸ ਦੇ ਸਾਰੇ ਡਰਨ ਵਾਲਿਆਂ ਦੇ ਦੁਆਲੇ ਡੇਰਾ ਲਾਉਂਦਾ ਹੈ ਅਤੇ ਉਹਨਾਂ ਨੂੰ ਛੁਟਕਾਰਾ ਦਿੰਦਾ ਹੈ। ਤਾਂ ਜਦੋਂ ਅਸੀਂ ਪਰਮੇਸ਼ਰ ਦਾ ਡਰ, ਪਰਮੇਸ਼ਰ ਦਾ ਭੈ ਆਪਣੀ ਜ਼ਿੰਦਗੀ ਦੇ ਵਿੱਚ ਰੱਖਦੇ ਹਾਂ ਤਾਂ ਪਰਮੇਸ਼ਰ ਦੇ ਸਵਰਗੀ ਦੂਤਾਂ ਦੀ ਵਾਰ ਸਾਡੇ ਇਰਦ ਗਿਰਦ ਹੁੰਦੀ ਹੈ। ਜਿਸ ਤਰ੍ਹਾਂ ਅਸੀਂ ਅਯੂਬ ਬਾਰੇ ਪੜ੍ਹਦੇ ਹਾਂ ਕਿ ਅਯੂਬ ਉਸ ਦੇ ਦੇਸ਼ ਵਿੱਚ ਸਭ ਤੋਂ ਧਨਵਾਨ ਮਨੁੱਖ ਸੀਗਾ ਔਰ ਉਹਦੇ ਵਿੱਚ ਕੁਆਲਿਟੀਆਂ ਗੱਲਾਂ ਪਾਈਆਂ ਜਾਂਦੀਆਂ ਸੀਗੀਆਂ ਕਿ ਉਹ ਇੱਕ ਖਰਾ ਮਨੁੱਖ ਸੀਗਾ, ਪਰਮੇਸ਼ਰ ਤੋਂ ਡਰਦਾ ਸੀਗਾ ਔਰ ਬਦੀ ਤੋਂ ਪਰੇ ਰਹਿੰਦਾ ਸੀਗਾ। ਪਰ ਵਚਨ ਦੇ ਵਿੱਚ ਲਿਖਿਆ ਕਿ ਉਸ ਦੇਸ਼ ਦੇ ਵਿੱਚੋਂ ਉਹ ਸਭ ਤੋਂ ਇਨਸਾਨ ਮਹਾਨ ਸੀਗਾ। ਧਨ ਦੌਲਤ ਵੀ ਬਹੁਤ ਜ਼ਿਆਦਾ ਸੀਗਾ, ਨੌਕਰ ਚਾਕਰ ਵੀ ਬਹੁਤ ਜ਼ਿਆਦਾ ਸੀਗੇ ਉਹਦੇ ਕੋਲੋਂ, ਔਰ ਉਹ ਪਰਮੇਸ਼ਰ ਦੇ ਡਰ ਆਪਣੀ ਜ਼ਿੰਦਗੀ ਦੇ ਵਿੱਚ ਰੱਖਦਾ ਸੀਗਾ, ਪਰਮੇਸ਼ਰ ਦਾ ਭੈ ਆਪਣੀ ਜ਼ਿੰਦਗੀ ਦੇ ਵਿੱਚ ਰੱਖਦਾ ਸੀਗਾ। ਔਰ ਜਦੋਂ ਅਸੀਂ ਵੀ ਪਰਮੇਸ਼ਰ ਦਾ ਡਰ, ਪਰਮੇਸ਼ਰ ਦਾ ਭੈ ਆਪਣੀ ਜ਼ਿੰਦਗੀ ਦੇ ਵਿੱਚ ਰੱਖਾਂਗੇ ਤਾਂ ਪਰਮੇਸ਼ਰ ਸੱਚਮੁੱਚ ਹੀ ਆਪਣੇ ਡਰਨ ਵਾਲੇ ਲੋਕਾਂ ਦੇ ਇਰਦ ਗਿਰਦ ਆਪਣੇ ਦੂਤਾਂ ਦੀ ਵਾੜ ਨੂੰ ਲਗਾਏਗਾ। ਤਾਂ ਜਿਸ ਤਰ੍ਹਾਂ ਅਸੀਂ 91 ਜ਼ਬੂਰ ਦੇ ਵਿੱਚੋਂ ਪੜ੍ਹਦੇ ਹਾਂ ਤਾਂ ਵਚਨ ਦੇ ਵਿੱਚ ਲਿਖਿਆ ਹੈ ਕਿ ਜਿਹੜਾ ਆਤਮ ਮਹਾਨ ਦੀ ਓਟ ਵਿੱਚ ਵਸਦਾ ਉਹ ਸਰਵ ਸ਼ਕਤੀਮਾਨ ਦੇ ਸਾਏ ਹੇਠ ਟਿਕੇਗਾ। ਤਾਂ ਜਦੋਂ ਅਸੀਂ ਉਸ ਪਰਮੇਸ਼ਰ ਦੇ ਸਾਏ ਹੇਠ ਟਿਕਦੇ ਹਾਂ, ਅਸੀਂ ਆਪਣੇ ਆਪ ਨੂੰ ਪਰਮੇਸ਼ਰ ਦੇ ਅੱਗੇ ਸਖਣਾ ਕਰਦੇ ਹਾਂ, ਅਸੀਂ ਆਪਣੇ ਆਪ ਨੂੰ ਪਰਮੇਸ਼ਰ ਦੇ ਅੱਗੇ ਝੁਕਾਉਂਦੇ ਹਾਂ ਤਾਂ ਪਰਮੇਸ਼ਰ ਦੇ ਸਵਰਗੀ ਦੂਤਾਂ ਦੀ ਵਾਰ ਸਾਡੇ ਇਰਦ ਗਿਰਦ ਹੁੰਦੀ ਹੈ। ਹਾਲੇਲੂਇਆ। ਤਾਂ ਜਦੋਂ ਅਸੀਂ ਪਰਮੇਸ਼ਰ ਦੇ ਦਾਸ ਅਯੂਬ ਬਾਰੇ ਪੜ੍ਹਦੇ ਹਾਂ ਤਾਂ ਵਚਨ ਦੇ ਵਿੱਚ ਲਿਖਿਆ ਉਸ ਦੇ ਦੇਸ਼ ਵਿੱਚ ਅਯੂਬ ਨਾਮੇ ਇੱਕ ਮਨੁੱਖ ਸੀ ਜਿਹੜਾ ਉਹ ਖਰਾ ਅਤੇ ਪਰਮੇਸ਼ਰ ਤੋਂ ਡਰਦਾ ਅਤੇ ਬਦੀ ਤੋਂ ਪਰੇ ਰਹਿੰਦਾ ਸੀਗਾ। ਔਰ ਵਚਨ ਦੇ ਵਿੱਚ ਲਿਖਿਆ ਉਹਦੇ 7 ਪੁੱਤਰ ਅਤੇ 3 ਧੀਆਂ ਸੀਗੀਆਂ। ਉਹਦਾ ਮਾਲ ਧਨ ਦੌਲਤ ਬਹੁਤ ਜ਼ਿਆਦਾ ਸੀਗਾ। ਔਰ ਵਚਨ ਦੇ ਵਿੱਚ ਜਦੋਂ ਅਸੀਂ ਇਹਦੀਆਂ 6 ਆਇਤ ਨੂੰ ਪੜ੍ਹਦੇ ਹਾਂ ਤਾਂ ਵਚਨ ਦੇ ਵਿੱਚ ਲਿਖਿਆ ਇੱਕ ਦਿਨ ਅਜਿਹਾ ਹੋਇਆ ਕਿ ਪਰਮੇਸ਼ਰ ਦੇ ਦੂਤ ਆਏ ਤਾਂ ਜੋ ਯਹੋਵਾ ਦੇ ਸਨਮੁਖ ਆਪਣੇ ਆਪ ਨੂੰ ਹਾਜ਼ਰ ਕਰਨ। ਤਾਂ ਸ਼ੈਤਾਨ ਵੀ ਉਹਨਾਂ ਵਿੱਚ ਆਇਆ। ਤਦ ਯਹੋਵਾ ਨੇ ਸ਼ੈਤਾਨ ਨੂੰ ਆਖਿਆ, ਤੂੰ ਕਿੱਥੋਂ ਆਇਆ ਹੈ? ਸ਼ੈਤਾਨ ਨੇ ਯਹੋਵਾ ਨੂੰ ਉੱਤਰ ਦਿੱਤਾ ਕਿ ਧਰਤੀ ਵਿੱਚ ਘੁੰਮ ਫਿਰ ਕੇ ਅਤੇ ਇੱਧਰ ਉੱਧਰ ਸੈਰ ਕਰਕੇ ਆਇਆ। ਤਦ ਯਹੋਵਾ ਨੇ ਸ਼ੈਤਾਨ ਨੂੰ ਆਖਿਆ ਕਿ ਤੂੰ ਮੇਰੇ ਦਾਸ ਅਯੂਬ ਬਾਰੇ ਆਪਣੇ ਮਨ ਵਿੱਚ ਵਿਚਾਰ ਕੀਤਾ ਹੈ, ਕਿਉਂਕਿ ਸਾਰੀ ਧਰਤੀ ਵਿੱਚ ਉਸ ਦੇ ਵਰਗਾ ਕੋਈ ਨਹੀਂ ਹੈ। ਉਹ ਖਰਾ ਅਤੇ ਨੇਕ ਮਨੁੱਖ ਹੈ ਜੋ ਪਰਮੇਸ਼ਰ ਤੋਂ ਡਰਦਾ ਅਤੇ ਬਦੀ ਤੋਂ ਦੂਰ ਰਹਿੰਦਾ ਹੈ। ਤਦ ਸ਼ੈਤਾਨ ਨੇ ਯਹੋਵਾ ਨੂੰ ਉੱਤਰ ਦੇ ਕੇ ਆਖਿਆ ਕਿ ਅਯੂਬ ਪਰਮੇਸ਼ਰ ਤੋਂ ਬਿਨਾਂ ਕਿਸੇ ਦਾਅ 'ਤੇ ਡਰਦਾ ਹੈ ਕਿ ਤੂੰ ਉਸ ਦੇ ਘਰ ਦੇ ਅਤੇ ਜੋ ਕੁਝ ਉਸ ਦੇ ਕੋਲ ਹੈ ਉਸ ਦੇ ਆਲੇ ਦੁਆਲੇ ਵਾੜ ਨਹੀਂ ਲਾਈ ਗਈ। ਤਾਂ ਸੱਚਮੁੱਚ ਹੀ ਜਦੋਂ ਅਸੀਂ ਪਰਮੇਸ਼ਰ ਦਾ ਡਰ, ਪਰਮੇਸ਼ਰ ਦਾ ਭੈ ਆਪਣੀ ਜ਼ਿੰਦਗੀ ਦੇ ਵਿੱਚ ਰੱਖਦੇ ਹਾਂ ਤਾਂ ਜਿਸ ਤਰ੍ਹਾਂ ਅਸੀਂ ਜ਼ਬੂਰ ਨੰਬਰ 34 ਉਹਦੀ 7 ਆਇਤ ਦੇ ਵਿੱਚ ਲਿਖਿਆ ਕਿ ਯਹੋਵਾ ਤੋਂ ਜਿਹੜੇ ਇਨਸਾਨ ਡਰਦੇ ਨੇ ਪਰਮੇਸ਼ਰ ਆਪਣੇ ਸਵਰਗੀ ਦੂਤਾਂ ਦੀ ਵਾੜ ਉਹਨਾਂ ਦੀ ਇਰਦ ਗਿਰਦ ਲਾਉਂਦਾ ਹੈ। ਤਾਂ ਅੱਜ ਵੀ ਜਦੀ ਅਸੀਂ ਪਰਮੇਸ਼ਰ ਦੇ ਕੋਲੋਂ ਡਰਦੇ ਹਾਂ, ਪਰਮੇਸ਼ਰ ਦੇ ਭੈ ਆਪਣੀ ਜ਼ਿੰਦਗੀ ਦੇ ਵਿੱਚ ਰੱਖਦੇ ਹਾਂ ਤਾਂ ਪਰਮੇਸ਼ਰ ਆਪਣੇ ਸਵਰਗੀ ਦੂਤਾਂ ਦੀ ਵਾੜ ਸਾਡੇ ਇਰਦ ਗਿਰਦ ਲਗਾਉਂਦਾ ਹੈ, ਸਾਡੇ ਘਰ ਦੇ ਇਰਦ ਗਿਰਦ ਆਪਣੇ ਸਵਰਗੀ ਦੂਤਾਂ ਦੀ ਵਾੜ ਲਗਾਉਂਦਾ ਹੈ। ਹਾਲੇਲੂਇਆ। ਤਾਂ ਵਚਨ ਦੇ ਵਿੱਚ ਲਿਖਿਆ ਹੈ ਕਿ ਜੋ ਕੁਝ ਅਯੂਬ ਦਾ ਸੀਗਾ ਉਹ ਸਾਰਾ ਕੁਝ ਨਾਸ ਹੋ ਗਿਆ ਸੀਗਾ, ਲੇਕਿਨ ਅਯੂਬ ਨੇ ਆਪਣੇ ਮੁੱਖ ਦੇ ਵਿੱਚੋਂ ਉਸ ਪਰਮੇਸ਼ਰ ਨੂੰ ਕੀ ਕਹਿ ਸਕਦੇ ਹਾਂ ਕਿ ਦੋਸ਼, ਬੇਅਕਲੀ ਦਾ ਦੋਸ਼ ਨਹੀਂ ਲਾਇਆ। ਉਸਨੇ ਆਪਣੇ ਮੂੰਹ ਦੇ ਵਿੱਚੋਂ ਪਰਮੇਸ਼ਰ ਨੂੰ ਫਟਕਾਰਿਆ ਨਹੀਂ, ਲੇਕਿਨ ਉਹ ਪਰਮੇਸ਼ਰ ਦਾ ਧੰਨਵਾਦ ਕਰਦਾ ਰਿਹਾ। ਦੁੱਖ ਦੇ ਵਿੱਚ ਵੀ ਜਦੋਂ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਤਾਂ ਜਿਸ ਤਰ੍ਹਾਂ ਪਰਮੇਸ਼ਰ ਨੇ ਕਿਹਾ ਸ਼ੈਤਾਨ ਨੂੰ ਕਿ ਤੈਂ ਮੇਰੇ ਦਾਸ ਅਯੂਬ ਵੱਲ ਆਪਣੇ ਮਨ ਵਿੱਚ ਗੌਰ ਕੀਤੀ, ਇਸੇ ਤਰ੍ਹਾਂ ਅੱਜ ਵੀ ਉਹੀ ਪਰਮੇਸ਼ਰ ਹੈ। ਜਦੋਂ ਅਯੂਬ ਦੇ ਦੁਆਰਾ ਪਰਮੇਸ਼ਰ ਸ਼ੈਤਾਨ ਨੂੰ ਕਹਿ ਸਕਦਾ ਕਿ ਤੈਂ ਮੇਰੇ ਦਾਸ ਅਯੂਬ ਵੱਲ ਆਪਣੇ ਮਨ ਦੇ ਵਿੱਚ ਗੌਰ ਕੀਤੀ, ਅੱਜ ਕੀ ਅਸੀਂ ਆਪਣੇ ਅੰਦਰ ਥੋੜ੍ਹੀ ਝਾਤੀ ਮਾਰ ਕੇ ਦੇਖੀਏ ਕਿ ਪਰਮੇਸ਼ਰ ਸਾਡੇ ਬਾਰੇ ਕੀ ਕਹਿ ਰਿਹਾ ਹੈ। ਹਾਲੇਲੂਇਆ। ਜਦੋਂ ਅਸੀਂ ਪਰਮੇਸ਼ਰ ਦਾ ਡਰ, ਪਰਮੇਸ਼ਰ ਦਾ ਭੈ ਆਪਣੀ ਜ਼ਿੰਦਗੀ ਦੇ ਵਿੱਚ ਰੱਖਦੇ ਹਾਂ ਤਾਂ ਪਰਮੇਸ਼ਰ ਸਾਡਾ ਖਿਆਲ ਕਰਦਾ ਹੈ। ਜਿਸ ਤਰ੍ਹਾਂ ਇੱਕ ਅੱਛਾ ਪਿਤਾ ਆਪਣੇ ਬੱਚਿਆਂ ਦਾ ਖਿਆਲ ਕਰਦਾ ਹੈ, ਉਹਨਾਂ ਦੀ ਦੇਖਭਾਲ ਕਰਦਾ ਹੈ, ਇਸੇ ਤਰ੍ਹਾਂ ਹੀ ਉਹ ਸਵਰਗੀ ਪਿਤਾ ਆਪਣੇ ਡਰਨ ਵਾਲੇ ਲੋਕਾਂ 'ਤੇ ਆਪਣੀ ਦਇਆ ਨੂੰ ਕਰਦਾ ਹੈ, ਆਪਣੀ ਕਿਰਪਾ ਨੂੰ ਕਰਦਾ ਹੈ। ਹਾਲੇਲੂਇਆ। ਤਾਂ ਵਚਨ ਦੇ ਵਿੱਚ ਲਿਖਿਆ ਹੈ ਕਿ ਜਦੋਂ ਅਸੀਂ
ਚੈਪਟਰ 42 ਉਹਦੇ ਵਿੱਚ ਪੜ੍ਹਦੇ ਹਾਂ ਤਾਂ ਵਚਨ ਦੇ ਵਿੱਚ ਲਿਖਿਆ ਹੈ ਕਿ ਪਰਮੇਸ਼ਰ ਨੇ ਅਯੂਬ ਦੇ ਨਸੀਬਾਂ ਨੂੰ ਫਿਰ ਸੇ ਬਹਾਲ ਕਰ ਦਿੱਤਾ। ਤਾਂ ਜਦੋਂ ਅਸੀਂ ਪਰਮੇਸ਼ਰ ਦਾ ਡਰ, ਪਰਮੇਸ਼ਰ ਦਾ ਭੈ ਆਪਣੀ ਜ਼ਿੰਦਗੀ ਦੇ ਵਿੱਚ ਰੱਖਾਂਗੇ ਤਾਂ ਪਰਮੇਸ਼ਰ ਸਾਡੇ ਨਸੀਬਾਂ ਨੂੰ ਬਹਾਲ ਕਰੇਗਾ, ਸਾਨੂੰ ਬਰਕਤ ਦੇਵੇਗਾ। ਵਚਨ ਦੇ ਵਿੱਚ ਲਿਖਿਆ ਉਸ ਜ਼ਬੂਰ ਨੰਬਰ 34 ਦੇ ਵਿੱਚ ਹੀ ਕਿ ਧਰਮੀ ਉੱਤੇ ਬਹੁਤ ਸਾਰੀਆਂ ਮੁਸੀਬਤਾਂ ਆਉਂਦੀਆਂ ਨੇ, ਪਰ ਉਹਨਾਂ ਸਾਰੀਆਂ ਮੁਸੀਬਤਾਂ ਤੋਂ, ਉਹਨਾਂ ਸਾਰਿਆਂ ਦੁੱਖਾਂ ਤੋਂ ਉਹ ਪਰਮੇਸ਼ਰ ਉਹਨੂੰ ਛਡਾਉਂਦਾ ਹੈ, ਉਹਨੂੰ ਛੁਟਕਾਰਾ ਦਿੰਦਾ ਹੈ। ਜਦ ਇਨਸਾਨ ਉੱਤੇ ਦੁੱਖ ਆ ਜਾਂਦੇ ਨੇ, ਉਹ ਇਨਸਾਨ ਪਰਮੇਸ਼ਰ ਦਾ ਡਰ ਆਪਣੀ ਜ਼ਿੰਦਗੀ ਦੇ ਵਿੱਚ ਰੱਖਦਾ ਹੈ ਤਾਂ ਉਹ ਦੁੱਖ ਉਸ ਇਨਸਾਨ ਦਾ ਕੁਝ ਵੀ ਕਰ ਨਹੀਂ ਸਕਦਾ, ਕਿਉਂਕਿ ਉਹ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਆਪਣੀ ਕਿਰਪਾ ਦੇ ਦੁਆਰਾ ਉਸ ਇਨਸਾਨ ਨੂੰ ਛੁਟਕਾਰਾ ਦੇਗਾ, ਉਸ ਨੂੰ ਬਚਾਏਗਾ। ਹਾਲੇਲੂਇਆ। ਤਾਂ ਜਦ ਅਸੀਂ ਪਰਮੇਸ਼ਰ ਦਾ ਡਰ, ਮੇਨ ਪੁਆਇੰਟ ਇਹ ਹੈ ਕਿ ਅਸੀਂ ਪਰਮੇਸ਼ਰ ਦਾ ਡਰ ਆਪਣੀ ਜ਼ਿੰਦਗੀ ਦੇ ਵਿੱਚ ਰੱਖਣਾ ਹੈ। ਅੱਜ ਅਸੀਂ ਇਹਨਾਂ ਦਿਨਾਂ ਦੇ ਵਿੱਚ ਦੇਖ ਰਹੇ ਹਾਂ ਕਿ ਕਰੋਨਾ ਵਾਇਰਸ ਦਾ ਇੰਨਾ ਡਰ ਇਨਸਾਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਹੈ ਕਿ ਉਹ ਕਿਸ ਨੂੰ ਹੱਥ ਮਿਲਾਉਣ ਤੋਂ ਵੀ ਡਰ ਰਹੇ ਨੇ। ਤਾਂ ਇਹ ਤੋਂ ਵੱਧ ਅਸੀਂ ਪਰਮੇਸ਼ਰ ਦਾ ਡਰ ਆਪਣੀ ਜ਼ਿੰਦਗੀ ਦੇ ਵਿੱਚ ਰੱਖਾਂਗੇ ਤਾਂ ਪਰਮੇਸ਼ਰ ਆਪਣੀ ਦਇਆ ਦੇ ਹੇਠਾਂ ਸਾਨੂੰ ਛੁਪਾ ਕੇ ਰੱਖੇਗਾ, ਆਪਣੀ ਦਇਆ ਸਾਡੇ ਉੱਤੇ ਬਣਾਈ ਰੱਖੇਗਾ। ਹਾਲੇਲੂਇਆ। ਤਾਂ ਇਹਨਾਂ ਵਚਨਾਂ ਦੇ ਦੁਆਰਾ ਪਰਮੇਸ਼ਰ ਆਪ ਸਭ ਨੂੰ ਬਹੁਤ ਸਾਰੀ ਆਸ਼ੀਸ਼ ਔਰ ਬਰਕਤ ਦੇ। ਤਾਂ ਅਸੀਂ ਪਰਮੇਸ਼ਰ ਦੇ ਵਚਨ ਉੱਤੇ ਵਿਸ਼ਵਾਸ ਕਰਨਾ ਹੈ, ਅਸੀਂ ਪਰਮੇਸ਼ਰ ਤੇ ਵਿਸ਼ਵਾਸ ਕਰਨਾ ਹੈ। ਜਦੋਂ ਅਸੀਂ ਪਰਮੇਸ਼ਰ ਦੇ ਕਲਾਮ ਨੂੰ ਸੁਣਦੇ ਹਾਂ ਤਾਂ ਅਸੀਂ ਪਰਮੇਸ਼ਰ ਦੇ ਵਚਨ ਨੂੰ ਸੁਣ ਕੇ ਉਹ ਤੋਂ ਇੱਧਰ ਉੱਧਰ ਨਹੀਂ ਜਾਣਾ, ਵਚਨ ਦੇ ਅਨੁਸਾਰ ਚੱਲਣਾ ਹੈ। ਹਾਲੇਲੂਇਆ। ਸਭ ਤੋਂ ਵੱਧ ਕੇ ਅਸੀਂ ਜਿਸ ਚਰਚ ਦੇ ਮੈਂਬਰ ਹਾਂ, ਅਸੀਂ ਉਸ ਚਰਚ ਦੇ ਨਾਲ ਜੁੜਨਾ ਹੈ, ਪ੍ਰਾਰਥਨਾ ਕਰਨੀ ਹੈ, ਆਪਣੇ ਦਾਸ ਦੀ ਅਗਵਾਈ ਨੂੰ ਸੁਣਨਾ ਹੈ, ਉਸ ਦੀ ਆਵਾਜ਼ ਨੂੰ ਸੁਣਨਾ ਹੈ। ਤਾਂ ਅਸੀਂ ਪ੍ਰਾਰਥਨਾ ਦੇ ਵਿੱਚ ਬਣੇ ਰਹਿਣਾ ਹੈ, ਇਹਨਾਂ ਦਿਨਾਂ ਦੇ ਵਿੱਚ ਵਚਨ ਦੇ ਵਿੱਚ ਬਣੇ ਰਹਿਣਾ ਹੈ, ਪਰਮੇਸ਼ਰ ਦਾ ਡਰ ਆਪਣੀ ਜ਼ਿੰਦਗੀ ਦੇ ਵਿੱਚ ਰੱਖਣਾ ਹੈ। ਪ੍ਰਭੂ ਆਪ ਸਭ ਨੂੰ ਬਹੁਤ ਸਾਰੀ ਆਸ਼ੀਸ਼ ਬਰਕਤ ਦੇ। ਆਈਏ ਅਸੀਂ ਸਭ ਆਪਣੀਆਂ ਅੱਖਾਂ ਨੂੰ ਬੰਦ ਕਰਾਂਗੇ ਔਰ ਪ੍ਰਾਰਥਨਾ ਕਰਾਂਗੇ। ਮੇਰੇ ਸਵਰਗੀ ਪਿਤਾ ਪਰਮੇਸ਼ਰ, ਮੈਂ ਤੇਰਾ ਧੰਨਵਾਦ ਕਰਦਾ ਹਾਂ ਅੱਜ ਦੇ ਦਿਨ ਦੇ ਲਈ ਔਰ ਅੱਜ ਦੇ ਸਮੇਂ ਦੇ ਲਈ ਖੁਦਾਵੰਦ, ਜੋ ਅਸੀਂ ਤੇਰੇ ਪਾਕ ਵਚਨ ਦੇ ਵਿੱਚੋਂ ਖੁਦਾਵੰਦ ਪੜ੍ਹਿਆ ਹੈ ਕਿ ਤੂੰ ਸੱਚਮੁੱਚ ਹੀ ਪਿਤਾ ਪਰਮੇਸ਼ਰ ਆਪਣੇ ਡਰਨ ਵਾਲੇ ਲੋਕਾਂ ਤੇ ਵੱਡੀ ਦਇਆ ਕਰਦਾ ਹੈ, ਵੱਡੀ ਕਿਰਪਾ ਕਰਦਾ ਹੈ। ਖੁਦਾਵੰਦ ਇਹ ਖੁਦਾਵੰਦ ਤੇਰਾ ਪਾਕ ਜਿਉਂਦਾ ਵਚਨ ਜਿੰਨੇ ਵੀ ਲੋਕ ਸੁਣਨ, ਹਾਲੇਲੂਇਆ, ਸੱਚਮੁੱਚ ਖੁਦਾਵੰਦ ਤੇਰਾ ਡਰ, ਤੇਰਾ ਭੈ ਆਪਣੀ ਜ਼ਿੰਦਗੀ ਦੇ ਵਿੱਚ ਰੱਖਣ ਔਰ ਖੁਦਾਵੰਦ ਸੱਚਮੁੱਚ ਪਿਤਾ ਪਰਮੇਸ਼ਰ ਬਹੁਤ ਸਾਰੀਆਂ ਰੂਹਾਂ ਨੂੰ ਬਚਾਉਣ ਦਾ ਵਸੀਲਾ ਬਣ ਜਾਣ। ਖੁਦਾਵੰਦ ਇਹ ਜਿਉਂਦਾ ਵਚਨ ਖੁਦਾਵੰਦ ਇੱਕ ਇੱਕ ਦੀ ਜ਼ਿੰਦਗੀ ਦੇ ਵਿੱਚ ਪਿਤਾ 100 ਗੁਣਾ ਫਲ ਲੈ ਕੇ ਆਏ। ਖੁਦਾਵੰਦ ਤੁਹਾਡਾ ਧੰਨਵਾਦ ਕਰਦਾ ਹੈ ਮੇਰੇ ਪਿਤਾ ਪਰਮੇਸ਼ਰ। ਦੁਆ ਨੂੰ ਸੁਣਨ ਦੇ ਲਈ ਇਹ ਦੁਆ ਆਪਣੇ ਉਧਾਰਕਰਤਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦਾ ਹਾਂ, ਆਮੀਨ। ਸੋ ਸਭ ਨੂੰ ਜੈ ਮਸੀਹ ਦੀ।